बिना ज्यों खेती जाए, जिमें मेघ तो बगैर जे मीह ना वरसे। जदों लोड़ हुंदी है जे उदों बारिश ना पवे तां फिर बाबा जी किरपा करदे सी, खेती ते रूहानीयत नहीं आउंदी, उन्हां खेती झाड़ नहीं दिंदी। ते इसे तरह बाबा जी ने फिर इधर गुरु घर वल ये किरपा कीती। मेघ बिना जो खेती जाए, गोबिंद भजन बिन बिरथे सब काम। बाबा जी किरपा करदे आ भी गोबिंद दे भजन तो बगैर सब कीते हुए कामकार बेअर्थ है। जे असी नाम नहीं जपदे, गोबिंद भजन बिन बिरथे सब काम। ज्यों किरपन के नरार्थ धाम। जिवें सूम बंदा जेड़ा ओदे दामड़े भी बेअर्थ चले जांदे आ, बेअर्थ। ते एक तां दुनियावी दामड़े हुंदे आ, जिवें किसे ने आके लक नाल कोई मोहरां बन्नियां सी, ओ सूम सी बड़ा, शरीर छड्ड गया, चक के अगलियां ने संस्कार कर दिता। जदों दा सिवा फोलिया विचों को थोड़ा जिहा सिवना निकलिया आ, ओ सियाणे बंदे कहण लगे भी बच्चियां नूं दे दे। ओ बच्चे कहण लगे असी नहीं ये लैणा, सानू इहने जिउंदियां ने नहीं दिता, ते हुण असी इहदे मरे तो ये चीज़ क्यों रखीए। कहंदे भी चलो आपां ऐ करदे आ, इहदा लंगर ला दिंदे आ। ते खुला पदार्थ बना लिया, कड़ाहा विच पिया, चौकीदार नूं भेजता होका देण वास्ते। तां इक इल तुरी आउंदी आ ताहां तो, मरिया होया सप है, वड्डा हारा पैरां च लमकदा ओहदे, ਉਹਨੇ ਲਿਆ ਕੇ ਕੜਾਹੇ ਵਿੱਚ ਸਿੱਟ ਦਿੱਤਾ। ਇੱਲ ਦੀ ਆਦਤ ਦੁਬਾਰੇ ਫੇਰ ਆਉਂਦੀ ਹੈ, ਜਦੋਂ ਚੱਕਣ ਵਾਸਤੇ ਆਈ ਤਾਂ ਦੂਜੇ 'ਚ ਡਿੱਗ ਪਿਆ। ਕਹਿੰਦੇ ਵੀ ਇਹ ਤਾਂ ਬੜੀ ਮਾੜੀ ਗੱਲ ਹੋਈ, ਇਹ ਹੁਣ ਖਾਣ ਦੇ ਕਾਬਿਲ ਨਹੀਂ ਰਹੇ, ਆਪਾਂ ਟੋਆ ਪੱਟ ਕੇ ਸਾਰੇ ਪਦਾਰਥ ਨੂੰ ਦੱਬ ਦਿਓ। ਜਿਉਂ ਕਿਰਪਨ ਕੇ ਨਰਾਰਥ ਦਾਮ, सूम बंदे दे दावड़े भी जेड़े आ वो बेअर्थ जांदे आ। असी नाम जपना, बाणी पढ़नी है। साडे वास्ते गुरु नानक तो लैके 10 गुरु आए, अपने अपने समय ते साडे ते महान कृपा कीती। एहे जे राग भाग समय भी आए, गुरु पंजवें पातशाह तत्तियां तवियां ते बैठे। एहे जे राजे भी होए, फिर गुरु छेवें पातशाह ने हरगोबिंद साहब ने ते चंदू वर्गे दे नकेल भी पाई। ओनू फिर झिओर ने कड़छे नाल मारिया भी, पर गुरु तेग बहादुर जी महाराज जदों उन्हां दा समा आया, श्री आनंदपुर साहब बैठे आ, तां आ जेड़े हुण लोक अपने आप नूं कहंदे आ साडा धर्म वड्डा है, गुरु साहब दे कोले आ गए। 9वें पातशाह दे गुरु तेग बहादुर जी दे मूँह विच घाह फड़े होए आ ते अरदासां जोदड़ियां करदे आ, रोई जांदे आ। जदों रोई जांदे आ, कोले गुरु गोबिंद सिंह जी महाराज छोटी अवस्था 9-10 साल की अवस्था विच वो भी कोले आ गए ते बुक्कल च बैठ के कहन लगे, पिता जी ये लोग क्यों रो रहे हैं, की गल हो गई, इन्हां नूं की तकलीफ है। गुरु साहब कहन लगे, भाई लाल जी इन्हां दा धर्म खतरे विच है,
ਤੇ ਇਹਨਾਂ ਨੇ ਬੜੇ ਦੇਵੀ ਦੇਵਤੇ ਧਿਆਏ ਐ। ਇਹਨਾਂ ਨੂੰ ਕਾਸ ਬਾਣੀ ਹੋਈ ਐ ਬਈ ਗੁਰੂ ਨਾਨਕ ਦੀ ਗੱਦੀ ਤੇ ਗੁਰੂ ਤੇਗ ਬਹਾਦਰ ਜੀ ਆ, ਉਹਨਾਂ ਕੋਲ ਜਾ ਕੇ ਬੇਨਤੀ ਕਰੋ। ਉਹ ਅੱਜ ਮੌਕੇ ਦੇ ਮਾਲਕ ਹੈ, ਉਹਨਾਂ ਦਾ ਪਹਿਰਾ ਹੈ, ਉਹਨਾਂ ਤੋਂ ਬਗੈਰ ਤੁਹਾਡੀ ਬਾਹ ਕੋਈ ਨਹੀਂ ਫੜ ਸਕਦਾ। ਫਿਰ ਗੁਰੂ ਸਾਹਿਬ ਨੇ ਕਿਹਾ, 10ਵੇਂ ਪਾਤਸ਼ਾਹ ਨੇ, ਬਈ ਪਿਤਾ ਜੀ ਫਿਰ ਤਾਂ ਇਹਨਾਂ ਦੀ ਬਾਹ ਫੜੋ, ਕਰੋ ਇਹਨਾਂ ਤੇ ਮਿਹਰ। ਗੁਰੂ ਸਾਹਿਬ ਨੇ ਉਹਨਾਂ ਨੂੰ ਵਚਨ ਦੇ ਦਿੱਤਾ, ਜਾਓ ਔਰੰਗਜ਼ੇਬ ਨੂੰ ਕਹਿ ਦਿਓ ਬਈ ਗੁਰੂ ਤੇਗ ਬਹਾਦਰ ਨੂੰ ਤੁਸੀਂ ਮੁਸਲਮਾਨ ਬਣਾ ਲਓ, ਅਸੀਂ ਆਪੇ ਹੀ ਬਣ ਜਾਵਾਂਗੇ। ਉਹਨਾਂ ਨੇ ਉਵੇਂ ਜਾ ਕਹਿ ਦਿੱਤਾ। ਉਹ ਬੜਾ ਰਾਜਾ ਜ਼ਾਲਮ ਸੀ, ਸਵਾ ਮਣ ਜਨੇਊ ਲਾ ਕੇ ਕੋਈ ਖਾਣਾ ਖਾਂਦਾ ਸੀ। ਤੇ ਉਹ ਉਸ ਟਾਈਮ ਤੇ ਜਦੋਂ ਇਹ ਉਹਨਾਂ ਨੇ ਜਾ ਕੇ ਕਿਹਾ ਰਾਜੇ ਨੂੰ, ਬਈ ਜੀ 9ਵੇਂ ਪਾਤਸ਼ਾਹ ਨੂੰ ਤੁਸੀਂ ਮੁਸਲਮਾਨ ਬਣਾ ਲਓ, ਅਸੀਂ ਆਪੇ ਹੀ ਬਣ ਜਾਵਾਂਗੇ। ਤੇ ਅਹਿਲਕਾਰ ਭੇਜ ਦਿੱਤੇ, ਸੁਨੇਹਾ ਭੇਜ ਦਿੱਤਾ, ਬੇਨਤੀ ਕੀਤੀ ਵੀ ਮਹਾਰਾਜ ਤੁਹਾਨੂੰ ਔਰੰਗਜ਼ੇਬ ਬਾਦਸ਼ਾਹ ਬੁਲਾ ਰਿਹਾ। ਗੁਰੂ ਸਾਹਿਬ ਕਹਿਣ ਲੱਗੇ ਅਸੀਂ ਆਪੇ ਪਹੁੰਚ ਜਾਵਾਂਗੇ। ਗੁਰੂ ਸਾਹਿਬ ਸਾਰੇ ਸੰਗਤਾਂ ਨੂੰ ਦਰਸ਼ਨ ਦਿੰਦੇ, ਰਸਤਿਆਂ ਦੇ ਵਿੱਚ ਦੀ ਕਿੱਥੇ ਪਹੁੰਚੇ, ਆਗਰੇ। ਉੱਥੇ ਗੁਰੂ ਕਾ ਤਾਲ ਜਗ੍ਹਾ ਬਣੀ ਹੋਈ ਹੈ। ਉੱਥੇ ਇੱਕ ਭੇਡਾਂ ਵਾਲਾ ਰਹਿੰਦਾ ਸੀ, ਕੋਈ ਆਲੀ ਮੁਸਲਮਾਨ। ਜਦੋਂ ਗੁਰੂ ਸਾਹਿਬ ਨੂੰ ਕੁਝ ਸਮਾਂ ਹੋ ਗਿਆ, ਉਹਨਾਂ ਨੇ 500 ਮੋਹਰ ਜ਼ਾਲਮ ਰਾਜੇ ਨੇ ਇਨਾਮ ਰੱਖਤੀ ਵੀ ਜਿਹੜਾ ਫੜਾਵੇ। ਉਹ ਰਾਤ ਨੂੰ ਆਪਸ ਵਿੱਚ ਹੀ ਗੱਲਾਂ ਕਰਿਆ ਕਰਨ, ਜੇ ਆਪਾਂ ਨੂੰ ਗੁਰੂ ਦਾ ਪਤਾ ਲੱਗ ਜਾਵੇ ਤਾਂ ਆਪਾਂ ਗੁਰੂ ਨੂੰ ਫੜਾ ਦਈਏ, ਆਪਾਂ ਆਪਣੀ ਬੇਟੀ ਦਾ ਵਿਆਹ ਕਰ ਲਈਏ। ਗੁਰੂ ਸਾਹਿਬ ਨੇ ਉਹ ਭੇਡਾਂ ਚਾਰਦਾ ਸੀ, ਉਸ ਨੂੰ ਸੱਦਿਆ, ਆ ਲੈ ਬਈ, ਇੱਕ ਆਪਣਾ ਮੁੰਦਰੀ ਲਾ ਕੇ ਦੇ ਦਿੱਤੀ, ਇੱਕ ਦਸਾਲਾ, ਬਈ ਇਹਦੇ ਵਿੱਚ ਜਿੰਨੀ ਮਠਿਆਈ ਹੋਵੇ ਲੈ ਆ। ਉਹ ਬੜਾ ਹੈਰਾਨ ਹੋਵੇ ਵੀ ਤਾਂ ਵੀ ਕੋਈ ਤਕੜਾ ਫਕੀਰ ਹੈ, ਵੀ ਇੰਨਾ ਮਹਿੰਗੀ ਚੀਜ਼ ਮਠਿਆਈ ਮੰਗੀ ਇਹਦੇ ਵਿੱਚ। ਤੇ ਜਾ ਕੇ ਜਦੋਂ ਲਿਆਇਆ ਸ਼ਹਿਰ ਦੇ ਵਿੱਚੋਂ, ਤੇ ਉਹ ਹਲਵਾਈ ਵੀ ਹੈਰਾਨ ਹੋ ਗਿਆ, ਉਹ ਵੀ ਮਗਰ ਲੱਗ ਲਿਆ। ਤੇ ਜਦੋਂ ਗੁਰੂ ਸਾਹਿਬ ਦੇ ਕੋਲ ਆਏ ਤੇ ਪੁਲਿਸ ਨੂੰ ਵੀ ਪਤਾ ਲੱਗ ਗਿਆ, ਤੇ ਪੁਲਿਸ ਨੇ ਗੁਰੂ ਸਾਹਿਬ ਦੀ ਉੱਥੇ ਗ੍ਰਿਫਤਾਰੀ ਪਾਈ। ਤਾਂ ਗੁਰੂ ਸਾਹਿਬ ਨੇ ਬਚਨ ਕੀਤਾ, ਭਾਈ ਜਿਹੜੀ 500 ਮੋਹਰ ਇਨਾਮ ਰੱਖੀ ਹੋਈ ਆ ਸਾਡੇ ਵਾਸਤੇ, ਆ ਪਾਲੀ ਨੂੰ ਦੇਣੀ ਹੈ, ਜਿਹੜਾ ਭੇਡਾਂ ਚਾਰਨ ਵਾਲਾ। ਉਹ ਰੋਣ ਲੱਗ ਗਿਆ, ਹੇ ਸੱਚੇ ਪਾਤਸ਼ਾਹ, ਮੈਨੂੰ ਕੀ ਪਤਾ ਸੀ ਤੂੰ ਹੀ ਅੱਲਾਹ ਤਾਲਾ ਹੈ, ਰੱਬ ਦਾ ਨੂਰ ਤੂੰ ਹੀ ਹੈ, ਮੈਂ ਤਾਂ ਬੜੀ ਗਲਤੀ ਕਰ ਬੈਠੇ, ਇਹ ਕਲੰਕ ਕਿਵੇਂ ਲਹੇਗਾ। ਗੁਰੂ ਸਾਹਿਬ ਕਹਿੰਦੇ ਕੋਈ ਨਹੀਂ ਭਾਈ, ਤੂੰ ਗੁਰੂ ਨਾਨਕ ਦੇ ਦਰ ਤੇ ਅਰਦਾਸ ਕੀਤੀ ਸੀ, ਤੇਰਾ ਇਹ ਹੁਣ ਅਰਦਾਸ ਪੂਰੀ ਹੋ ਗਈ। ਐ ਗੁਰੂ ਸਾਹਿਬ ਭਲਾ ਵੀ ਕਰਦੇ ਆਏ ਐ। ਫਿਰ ਗੁਰੂ ਕੇ ਤਾਲ ਉਸ ਜਗ੍ਹਾ ਤੇ ਕੁਝ ਸਮਾਂ ਰਹੇ। ਦੱਸਦੇ ਉਦੋਂ ਥੱਲੇ ਥੱਲੇ ਦੀ ਬੜੀਆਂ ਵੱਡੀਆਂ ਸੁਰੰਗਾਂ ਬਣਾਈਆਂ ਹੁੰਦੀਆਂ ਸੀ। ਦਿੱਲੀ ਲੈ ਕੇ ਆਏ ਗੁਰੂ ਸਾਹਿਬ ਨੂੰ, ਉੱਥੇ ਆ ਕੇ ਗੁਰੂ ਸਾਹਿਬ ਦਾ ਔਰੰਗਜ਼ੇਬ ਨਾਲ ਮੁਲਾਕਾਤ ਹੋਈ। ਉਹਨੇ ਬੜਾ ਕਿਹਾ ਬਈ ਮਹਾਰਾਜ ਤੁਸੀਂ ਮੁਸਲਮਾਨ ਬਣ ਜਾਓ, ਸਾਰੀ ਦੁਨੀਆ ਤੁਹਾਨੂੰ ਆਪਣਾ ਪੂਜੇਗੀ। ਜਿਵੇਂ ਅੱਜ ਦੇ ਲੋਕ ਵੀ ਜਿਹੜੇ ਇਹੋ ਜਿਹੇ ਨੀਤੀਵਾਨ ਹੈ, ਉਹ ਕਹਿੰਦੇ ਆ ਸਾਰੀ ਦੁਨੀਆ ਹੀ ਹਿੰਦੂ ਬਣ ਜਾਵੇ, ਹੋਰ ਕੋਈ ਸਾਨੂੰ ਦਿਸੇ ਹੀ ਨਾ। ਨਹੀਂ, ਜਿਹੜੇ ਸਾਡੇ ਗੁਰੂਆਂ ਦੇ ਵਚਨ ਹੈ, ਉਹ 3 ਕਾਲ 7 ਲੈਣੇ।
ਉਹਨਾਂ ਨੂੰ ਕੋਈ ਅਸਤ ਨਹੀਂ ਕਰ ਸਕਦਾ। ਗੁਰੂ ਸਾਹਿਬ ਕਹਿਣ ਲੱਗੇ, ਰਾਜਾ ਤੂੰ ਤਾਂ 2 ਤੋਂ 1 ਕਰਨ ਨੂੰ ਫਿਰਦਾ, ਇਹ 2 ਤੋਂ 3 ਹੋਣਗੇ। ਮਿਰਚਾਂ ਮੰਗਾ ਲੀਆਂ 5-10 ਕਿਲੋ, ਕਹਿਣ ਲੱਗੇ ਭਾਂਡੇ 'ਚ ਪਾ ਕੇ ਅੱਗ ਲਾ ਦੇ, ਜਿੰਨੀਆਂ ਬਚਣਗੀਆਂ ਉਹਨੇ ਧਰਮ ਹੋਣਗੇ। 3 ਮਿਰਚਾਂ ਬਚੀਆਂ 3। ਗੁਰੂ ਸਾਹਿਬ ਕਹਿਣ ਲੱਗੇ ਤੀਜਾ ਧਰਮ ਵੀ ਹੋਵੇਗਾ। ਉਹਨਾਂ ਲੋਕਾਂ ਨੇ ਫਤਵਾ ਲਾ ਦਿੱਤਾ ਬਈ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਵੱਖ ਕੀਤਾ ਜਾਵੇ। ਫਿਰ ਕਹਿਣ ਲੱਗੇ ਵੀ ਚਾਂਦਨੀ ਚੌਕ ਵਿੱਚ ਉਸ ਜਗ੍ਹਾ ਤੇ 6 ਸਿੰਘ ਸੀ ਗੁਰੂ ਸਾਹਿਬ ਦੇ ਨਾਲ। ਭਾਈ ਮਤੀ ਦਾਸ ਦੇ ਸਿਰ ਤੇ ਆਰਾ ਚੱਲਿਆ, ਉਹਨਾਂ ਨੂੰ ਫੱਟਿਆਂ ਵਿੱਚ ਜਕੜਿਆ। ਕਿਉਂ? ਉਹਨਾਂ ਦੀ ਇਹ ਕਿਹਾ ਸੀ ਉਹਨਾਂ ਨੇ ਵੀ ਸਾਡੇ ਤੇ ਚੀਰ ਗਲਤ ਨਾ ਪੈ ਜਾਵੇ। ਜਪਜੀ ਸਾਹਿਬ ਦਾ ਪਾਠ ਕਰਦੇ ਰਹੇ, ਸਿੱਧਾ ਚੀਰ ਪਾਇਆ ਗੁਰੂ ਸਾਹਿਬ ਦੇ ਸਾਹਮਣੇ। ਉਹਨਾਂ ਦਾ ਇਹ ਬਚਨ ਸੀ ਵੀ ਸਾਡਾ ਮੁਖ ਗੁਰੂ ਸਾਹਿਬ ਵੱਲ ਰਹੇ। ਭਾਈ ਸਤੀ ਦਾਸ ਜੀ ਰੂਹ ਚ ਲਵੇਟੇ ਗਏ, ਭਾਈ ਦਿਆਲਾ ਜੀ ਦੇਗ ਚ ਵਾਲੇ ਗਏ, 3 ਸਿੰਘ ਨਾਲ ਹੋਰ ਸੀ। ਗੁਰੂ ਸਾਹਿਬ ਉਹਨਾਂ ਨੂੰ ਕਹਿਣ ਲੱਗੇ ਬਈ ਤੁਸੀਂ ਭਾਈ ਜਿਹੜਾ ਕੁਛ ਇੱਥੇ ਵੇਖੋਗੇ ਉਹ ਗੋਬਿੰਦ ਸਿੰਘ ਨੂੰ ਜਾ ਕੇ ਦੱਸ ਦੇਣਾ। ਕਹਿਣ ਲੱਗੇ ਮਹਾਰਾਜ ਸਾਡੇ ਬੇੜੀਆਂ ਲੱਗੀਆਂ, ਹੱਥ ਘੜੀਆਂ ਲੱਗੀਆਂ, ਅਸੀਂ ਕਿਵੇਂ ਸੁੱਟ ਸਕਦੇ ਆ? ਗੁਰੂ ਸਾਹਿਬ ਕਹਿਣ ਲੱਗੇ ਅਸੀਂ ਤੁਹਾਨੂੰ ਪਾਠ ਦੱਸਦੇ ਆ, ਉਹ ਕਰਦੇ ਰਹੋ, ਤੁਹਾਨੂੰ ਕੋਈ ਨਹੀਂ ਦੇਖੇਗਾ, ਸਭ ਕੁਝ ਖੁੱਲ ਜਾਵੇਗਾ। ਕੀ ਪਾਠ ਦੱਸਿਆ? ਕਾਟੀ ਬੇੜੀ ਪਗੋਂ ਤਾਂ ਗੁਰ ਕੀਨੋ ਬੰਦ ਖਲਾਸੀ। ਬਈ ਇਹ ਪਾਠ ਕਰਦੇ ਜਾਓ, ਤੁਹਾਨੂੰ ਕੋਈ ਨਹੀਂ ਦੇਖੇ। ਤੇ ਉਹਨਾਂ ਵਿੱਚ ਭਾਈ ਜੈਤਾ ਜੀ ਵੀ ਸੀ, ਜਿਹੜੇ ਗੁਰੂ ਸਾਹਿਬ ਦਾ ਸੀਸ ਲੈ ਕੇ ਆਏ, ਖੇਸ ਵਿੱਚ ਲਵੇਟ ਕੇ ਦਾਹੋ ਦਾਹੀ। ਕਿੱਥੇ ਆਏ? ਅਨੰਦਪੁਰ ਸਾਹਿਬ ਆ ਗਏ। ਮੂਰੇ ਗੁਰੂ ਸਾਹਿਬ ਖੜੇ ਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 9-10 ਸਾਲ ਦੀ ਉਮਰ ਵਿੱਚ ਸਮੇਤ ਪਰਿਵਾਰ। ਤੇ ਭਾਈ ਜੈਤਾ ਜੀ ਜਦੋਂ ਆਏ, ਉਹਨਾਂ ਤੋਂ ਬੜੇ ਸਤਿਕਾਰ ਨਾਲ ਸੀਸ ਫੜਿਆ, ਅੱਗੇ ਹੋ ਕੇ ਸੋਹਣੇ ਪਲੰਘ ਉੱਤੇ ਆਸਣ ਲਾਇਆ ਵਾ, ਉੱਤੇ ਰੱਖਿਆ। ਤੇ ਫਿਰ ਗੁਰੂ ਸਾਹਿਬ ਨੇ ਭਾਈ ਜੈਤੇ ਨੂੰ ਪੁੱਛਿਆ, ਜੈਤਿਆ ਕੋਈ ਹਾਂ ਦਾ ਨਾਰਾ ਮਾਰਨ ਵਾਲਾ ਨਹੀਂ ਸੀ ਉੱਤੇ? ਕਹਿਣ ਲੱਗੇ ਮਹਾਰਾਜ ਸਾਰੇ ਇੱਕੋ ਹੀ ਰੂਪ ਸੀ। ਉਦੋਂ ਕੋਈ ਹਿੰਦੂ ਦਾੜੀ ਕੇਸ ਨਹੀਂ ਸੀ ਮਨਾਉਂਦਾ, ਸਾਰਿਆਂ ਦੇ ਪੱਗਾਂ ਵੀ ਬੰਨੀਆਂ ਹੁੰਦੀਆਂ ਸੀ ਤੇ ਦਾੜੇ ਵੀ ਰੱਖੇ ਹੁੰਦੇ ਸੀ। ਇਹ ਤਾਂ ਮਗਰੋਂ ਹੀ ਬਿਮਾਰੀ ਪਈ ਹੈ, ਪਹਿਲਾਂ ਨਹੀਂ ਸੀ ਕਿਸੇ ਨੂੰ ਇਹ ਬਿਮਾਰੀ। ਤੇ ਜਦੋਂ ਆਪਣਾ ਕਹਿਣ ਲੱਗੇ ਅੱਛਾ, ਫਿਰ ਗੁਰੂ ਸਾਹਿਬ ਨੇ ਉੱਤੇ ਬਚਨ ਕਿਹਾ, ਮੈਂ ਹੁਣ ਇਹੋ ਜਿਹਾ ਸਿੰਘ ਸਾਜੂ ਜਿਹੜਾ ਲੱਖਾਂ ਵਿੱਚ ਖੜਿਆ ਦਿਸਿਆ ਕਰੇਗਾ। ਤਾਂ ਗੁਰੂ ਸਾਹਿਬ ਨੇ ਉਹ ਸਮਾਂ ਫਿਰ ਕਦੋਂ ਲਿਆਂਦਾ? ਅੱਜ ਜਿਹੜਾ ਕੱਲ ਦਾ ਦਿਨ ਆ ਰਿਹਾ ਵਿਸਾਖੀ ਦਾ 1699 ਵਿੱਚ ਗੁਰੂ ਸਾਹਿਬ ਨੇ ਲੱਖਾਂ ਦੁਨੀਆ ਦਾ ਇਕੱਠ ਕੀਤਾ। ਪਹਿਲਾਂ ਜਿਹੜੇ ਪੰਡਤ ਲੋਕ ਸੀ ਉਹ ਜਿਹੜੇ ਆਪਣੋ ਆਪਣੇ ਰਾਹ ਬਣਾਈ ਫਿਰਦੇ ਸੀ, ਕੋਈ ਕੁਛ ਕਹਿੰਦਾ ਸੀ, ਕੋਈ ਕੁਛ ਕਹਿੰਦਾ ਸੀ। ਉਹਨਾਂ ਦਾ ਜਿਹੜਾ ਪਖੰਡ ਸੀ ਉਹ ਜ਼ਾਹਰ ਕਰਨ ਵਾਸਤੇ ਗੁਰੂ ਸਾਹਿਬ ਕਹਿਣ ਲੱਗੇ ਵੀ ਦੇਵੀ ਕਿਵੇਂ ਪ੍ਰਗਟ ਹੋਵੇਗੀ? ਕਹਿੰਦੇ ਮਹਾਰਾਜ ਹਵਨ ਕਰਨਾ ਪਊ। ਤੇ ਕੇਸੋ ਦਾਸ ਵਰਗਿਆਂ ਨੇ ਸੈਂਕੜੇ ਮਣ ਸਮੱਗਰੀ ਦੱਸ ਦਿੱਤੀ ਤੇ ਗੁਰੂ ਸਾਹਿਬ ਨੂੰ ਕਹਿੰਦੇ ਆਪ ਉੱਥੇ ਤੁਹਾਨੂੰ ਕਰਨਾ ਪਊਗਾ ਹਵਨ। ਤੇ ਪਹਾੜੀਆਂ ਦੇ ਉੱਤੇ ਗੁਰੂ ਸਾਹਿਬ ਨੇ ਟਾਈਮ ਲਾਇਆ। ਜਦੋਂ ਫੇਰ ਸੱਦਿਆ ਉਹਨਾਂ ਨੂੰ, ਬਈ ਅਸੀਂ ਤਾਂ ਸਾਰਾ ਕੁਝ ਤੁਹਾਡੇ ਕਹਿਣ ਤੇ ਕੀਤਾ, ਦੇਵੀ ਤਾਂ ਪ੍ਰਗਟ ਨਹੀਂ ਹੋਈ। ਫਿਰ ਕੀ ਕਹਿੰਦਾ ਜਿਹੜਾ ਉਹਨਾਂ ਦਾ ਵੱਡਾ ਸੀ ਕੇਸੋ ਦਾਸ? ਕਹਿੰਦਾ ਜੀ ਹੁਣ ਦੇਵੀ ਪ੍ਰਗਟ ਤਾਂ ਹੋਵੇਗੀ
ਕੋਈ ਬਲੀ ਜੋਧਾ ਮਹਾਪੁਰਸ਼ ਸੂਰਮਾ ਆਪਣਾ ਆਪ ਬਲੀਦਾਨ ਦੇਵੇ। ਤੇ ਹੁਣ ਗੁਰੂ ਸਾਹਿਬ ਵੀ ਸਭ ਕੁਝ ਸਮਝਦੇ ਸੀ, ਕਲਗੀਧਰ ਪਾਤਸ਼ਾਹ ਵੀ ਇਹ ਕਿਹਨੂੰ ਕਹਿ ਰਿਹਾ। ਗੁਰੂ ਸਾਹਿਬ ਨੇ ਥੋੜੀ ਤਲਵਾਰ ਕੱਢ ਕੇ ਕਹਿਣ ਲੱਗੇ, ਕੇਸੋ ਦਾਸ ਫਿਰ ਤੇਰੇ ਨਾਲੋਂ ਚੰਗਾ ਤਾਂ ਸਾਨੂੰ ਕੋਈ ਨਹੀਂ ਲੱਗਦਾ। ਤੇ ਕੇਸੋ ਦਾਸ ਹੋਣੀ ਉਤੋਂ ਭੱਜੇ ਆਏ, ਪਹਾੜੀਆਂ ਭੂੜੀਆਂ ਦੇ ਵਿੱਚ ਦੀ ਇੱਧਰ ਉੱਧਰ ਹੋ ਕੇ ਉਤੋਂ ਨਿਕਲ ਆਏ। ਗੁਰੂ ਸਾਹਿਬ ਨੇ ਸਾਰੀ ਉਹ ਸਮੱਗਰੀ ਸਿੱਟ ਦਿੱਤੀ। ਉੱਥੇ ਅੱਜ ਤੱਕ ਅੱਗ ਵਲਦੀ ਆ ਉਹ ਜਗ੍ਹਾ ਤੇ, ਅੱਜ ਤੱਕ ਥੱਲੇ ਆ ਕੇ ਬੜਾ ਵੱਡਾ ਇੱਕ ਇਕੱਠ ਕੀਤਾ, 80,000 ਦਾ ਇਕੱਠ ਕਰਕੇ ਗੁਰੂ ਸਾਹਿਬ ਨੇ ਫਿਰ ਉਹਨਾਂ ਇਕੱਠ ਦੇ ਵਿੱਚ ਪੂਰੀਆਂ ਤਿਆਰੀਆਂ ਕਰਕੇ ਪੰਜਾਂ ਸਿੰਘਾਂ ਦੀ ਚੋਣ ਕੀਤੀ। ਜਦੋਂ ਗੁਰੂ ਸਾਹਿਬ ਬਾਹਰ ਆਇਆ ਕਰਨ ਬਹੁਤ ਜਲਾਲ ਵਿੱਚ, ਕਹਿਣ ਸਾਨੂੰ ਇੱਕ ਸਿਰ ਦੀ ਲੋੜ ਹੈ। ਭਾਈ ਧਰਮ ਸਿੰਘ ਪਹਿਲਾਂ, ਮੂਹਰੇ ਦਿਆ ਸਿੰਘ ਪਹਿਲਾਂ ਉਹ ਆਏ, ਫਿਰ ਧਰਮ ਸਿੰਘ ਆਇਆ, ਹਿੰਮਤ ਸਿੰਘ ਆਇਆ, ਤੇ ਇਸ ਤਰ੍ਹਾਂ ਇੱਕ ਇੱਕ ਕਰਕੇ 5 ਸਿੰਘ ਗੁਰੂ ਸਾਹਿਬ ਦੇ ਹਜ਼ੂਰ ਆਪਣਾ ਸੀਸ ਦੇ ਦਿੱਤਾ। ਤੇ ਸੰਗਤ ਘਬਰਾ ਗਈ। ਜਾ ਕੇ ਕਈ ਮਸੰਦਾਂ ਨੇ, ਉਹ ਜਿਹੜੇ ਮਸੰਦ ਹੁੰਦੇ ਸੀ ਨਾ ਉਸ ਟਾਈਮ ਤੇ, ਜਿਹੜੇ ਬਾਹਰੋਂ ਪੈਸਾ ਜਾਂ ਰਾਸ਼ਨ ਇਕੱਠਾ ਕਰਕੇ ਲਿਆਉਂਦੇ ਸੀ ਗੁਰੂ ਘਰ ਵਾਸਤੇ, ਉਹਨਾਂ ਨੂੰ ਮਸੰਦ ਕਹਿੰਦੇ ਸੀ। ਹੁਣ ਵਾਲਿਆਂ ਨੂੰ ਕਈਆਂ ਨੂੰ ਜਥੇਦਾਰ ਵੀ ਕਹਿ ਦਿੰਦੇ ਆ, ਉਦੋਂ ਉਹਨਾਂ ਨੂੰ ਮਸੰਦ ਕਹਿੰਦੇ ਸੀ। ਤੇ ਗੁਰੂ ਸਾਹਿਬ ਨੇ ਉਹ ਜਦੋਂ ਮਸੰਦ ਜਾ ਕੇ ਮਾਤਾ ਨੂੰ ਕਹਿਣ ਲੱਗੇ, ਮਾਤਾ ਗੁਰੂ ਸਾਹਿਬ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ, ਇੱਕ ਇੱਕ ਕਰਕੇ ਲੈ ਜਾਂਦੇ ਆ ਤੰਬੂ 'ਚ, ਉਹਨੂੰ ਧੜ ਨਾਲ ਸੀਸ ਵੱਖ ਕਰ ਦਿੰਦੇ ਆ। ਤੁਸੀਂ ਚੱਲੋ ਜਾ ਕੇ ਰੋਕੋ, ਜਾਂ ਵੱਡੇ ਸਾਹਿਬਜ਼ਾਦੇ ਨੂੰ ਬਾਬਾ ਜੀਤ ਸਿੰਘ ਨੂੰ ਪੱਗ ਦੇ ਦਈਏ। ਮਾਤਾ ਜੀ ਕਹਿਣ ਲੱਗੀ, ਮੂਰਖੋ ਤੁਸੀਂ ਨਾ ਡਰੋ, ਗੁਰੂ ਸਾਹਿਬ ਦੇ ਕੋਈ ਚੋਜ ਹੈ, ਉਹ ਆਪੇ ਹੀ ਸਾਹਮਣੇ ਰਿਜ਼ਲਟ ਕੁਝ ਸਮੇਂ ਬਾਅਦ ਨਿਕਲਿਆ ਹੋਇਆ। ਦੇਖੋ ਮਾਤਾ ਜੀ ਇੰਨੇ ਸਿਆਣੇ ਸੀ, ਕਿਉਂ ਮਾਤਾ ਜੀ ਨੂੰ ਗੁਰੂ ਸਾਹਿਬ ਨੇ ਸਭ ਕੁਝ ਦਿਖਾਇਆ ਵਾ ਸੀ, ਹੱਥ ਤੋਂ ਲੈ ਕੇ ਅੰਤ ਤੱਕ ਪਹਿਲਾਂ। ਤੇ ਗੁਰੂ ਸਾਹਿਬ ਨੇ ਉਹਨਾਂ ਪੰਜਾਂ ਦੇ ਸੀਸ ਲੈ ਕੇ, ਫਿਰ ਪੰਜਾਂ ਨੂੰ ਲੰਮਿਆਂ ਪਾ ਕੇ, ਉਹਨਾਂ ਦੇ ਇੱਕ ਦੂਜੇ ਨਾਲ ਸੀਸ ਜੋੜ ਕੇ, ਉੱਤੇ ਚਿੱਟੇ ਚਾਦਰੇ ਪਾ ਕੇ, ਫਿਰ ਗੁਰੂ ਸਾਹਿਬ ਨੇ ਐਸੀ ਅਰਦਾਸ ਕੀਤੀ, ਉਹਨਾਂ ਦੇ ਸੀਸ ਧਾਰਾਂ ਨਾਲ ਜੁੜ ਗਏ। ਤੇ ਜਿਵੇਂ ਮਿਰਤ ਕੋ ਪਾਇਓ ਤਨ ਸਾਸਾ, ਬਿਸਰਤ ਆਣ ਮਲਾਏ, ਉਹਨਾਂ ਨੂੰ ਵਿਛੜਿਆਂ ਨੂੰ ਆਣ ਮਿਲਾ ਦਿੱਤਾ, ਉਹਨਾਂ 'ਚ ਸਵਾਸ ਪਾ ਦਿੱਤੇ। ਤੇ ਫਿਰ ਗੁਰੂ ਸਾਹਿਬ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਲੋਕ ਹੈਰਾਨ ਹੋ ਗਏ, ਫਿਰ ਇਕੱਠ ਹੋਣ ਲੱਗ ਗਿਆ। ਤੇ ਫਿਰ ਐਸਾ ਅੰਮ੍ਰਿਤ ਦਾ ਬਾਟਾ ਜਦੋਂ ਤਿਆਰ ਕੀਤਾ, ਵਿੱਚ ਦੱਸਦੇ ਆ ਇੱਕ ਚਿੜੀ ਉਹ ਚੁੰਝ ਭਰ ਕੇ ਲੈ ਗਈ ਅੰਮ੍ਰਿਤ ਦੀ। ਉਹਨੇ ਜਾ ਕੇ ਬਾਜ ਨਾਲ ਟੱਕਰ ਲਾ ਲਈ, 2 ਚਿੜੀ ਚਿੜੇ ਨੇ, ਤੇ ਦੱਸਦੇ ਆ ਬਾਜ ਵੀ ਮਰ ਗਿਆ ਤੇ ਆਪ ਵੀ ਉਹ ਮਰ ਗਿਆ। ਇੰਨਾ ਉਹਨਾਂ ਵਿੱਚ ਜੋਸ਼ ਪੈਦਾ ਹੋ ਗਿਆ। ਨਹੀਂ ਬਾਜ ਦਾ ਤੇ ਚਿੜੀ ਦਾ ਕੀ ਮੁਕਾਬਲਾ। ਗੁਰੂ ਸਾਹਿਬ ਨੇ ਕਿਹਾ ਕਿਤੇ ਮੇਰੇ ਜਿਹੜੇ ਸਿੰਘ ਆ ਇਹ ਆਪਸ ਵਿੱਚ ਹੀ ਨਾ ਲੜ ਕੇ ਮਰਨ ਲੱਗ ਜਾਣ। ਫਿਰ ਗੁਰੂ ਸਾਹਿਬ ਨੇ ਮਾਤਾ ਸਾਹਿਬ ਦੇਵਾਂ ਤੋਂ, ਉਹਨਾਂ ਤੋਂ ਆਪਣੇ ਕਿਹਾ ਵੀ ਲਿਆ ਕੇ ਪਤਾਸੇ ਪਾਓ। ਪਤਾਸੇ ਪਵਾ ਕੇ ਜਿਹੇ ਜਿਹਾ ਗੁਰੂ ਸਾਹਿਬ ਨੂੰ ਭਾਉਂਦਾ ਸੀ, ਉਹ ਫਿਰ ਅੰਮ੍ਰਿਤ ਤਿਆਰ ਕੀਤਾ। ਸਾਡੇ ਵਾਸਤੇ ਗਾਹਾਂ ਇਹ ਮਰਜ਼ਾਦਾ ਚਲਾ ਦਿੱਤੀ, ਸਾਡੇ ਤੇ ਕਿਰਪਾ ਕਰ ਦਿੱਤੀ ਗੁਰੂ ਸਾਹਿਬ ਨੇ। ਤੇ ਫਿਰ ਉੱਥੇ ਹਜ਼ਾਰਾਂ ਲੋਕਾਂ ਨੇ ਅੰਮ੍ਰਿਤ ਛਕਿਆ ਖੰਡੇ ਬਾਟੇ ਦਾ। ਪਹਿਲਾਂ 5 ਪਿਆਰਿਆਂ ਨੂੰ ਗੁਰੂ ਸਾਹਿਬ ਨੇ ਛਕਾਇਆ ਅੰਮ੍ਰਿਤ। ਤੇ ਫਿਰ ਕਈ ਕਹਿ ਲੈਂਦੇ ਆ ਜੀ ਆਪਣਾ, ਫਿਰ ਆਪਣਾ ਗੁਰੂ ਸਾਹਿਬ ਨੇ ਕਿਹਾ ਵੀ ਮੈਂ ਸਾਰਾ ਸਰਬੱਤ ਲਟਾ ਦੂੰ। ਨਹੀਂ, ਗੁਰੂ ਸਾਹਿਬ ਕੋਈ 5 ਪਿਆਰੇ ਕਹਿ ਦੇਣਗੇ ਆਪਣੇ ਗੁਰੂ ਨੂੰ ਵੀ ਤੁਸੀਂ ਸਾਨੂੰ ਇਹਦੇ ਵੱਟੇ ਕੀ ਦਿੰਨੇ ਹੋ।
ਨਹੀਂ। ਗੁਰੂ ਸਾਹਿਬ ਆਪਣੀ ਖੁਸ਼ੀ ਵਿੱਚ ਆ ਕੇ ਉਹਨਾਂ ਨੇ ਕਿਹਾ, ਭਾਈ ਦਇਆ ਸਿੰਘ, ਜੇ ਅੱਜ ਤੁਸੀਂ ਮੇਰਾ ਹੁਕਮ ਮੰਨਿਆ ਤੇ ਤੁਹਾਨੂੰ ਮੈਂ ਆਪਣੇ ਪਿਆਰੇ ਆਪਣਾ ਰੂਪ ਬਣਾਇਆ, ਸਮਾਂ ਆਉਣ ਤੇ ਅਸੀਂ ਵੀ ਸਰਬੰਸ ਲਟਾ ਦਿਆਂਗੇ। ਇਹ ਗੁਰੂ ਕਲਗੀਧਰ ਸਾਹਿਬ ਦਾ ਬਚਨ ਸੀਗਾ। ਤੇ ਇਸ ਤਰ੍ਹਾਂ ਭਾਈ ਸਾਡੀ ਖਾਤਰ 1699 ਵਿੱਚ ਵਿਸਾਖੀ ਤੇ ਕੱਲ ਵਾਲਾ ਜਿਹੜਾ ਦਿਨ ਆਉਣਾ, ਉਹਦੇ ਵਿਸਾਖੀ ਆ ਸਵੇਰੇ ਕੱਲ ਨੂੰ। ਤੇ ਇਸ ਤਰ੍ਹਾਂ ਗੁਰੂ ਸਾਹਿਬ ਨੇ 13 ਅਪ੍ਰੈਲ ਦੀ ਵਿਸਾਖੀ ਦਾ ਦਿਹਾੜਾ ਆ ਰਿਹਾ ਤੇ ਗੁਰੂ ਸਾਹਿਬ ਨੇ ਸਾਡੇ ਤੇ ਮਿਹਰ ਕੀਤੀ ਤੇ ਖਾਲਸੇ ਦਾ ਉਸ ਦਿਨ ਜਨਮ ਦਿਹਾੜਾ ਕਹਾਇਆ। ਖਾਲਸੇ ਦਾ ਜਨਮ ਸ੍ਰੀ ਅਨੰਦਪੁਰ ਸਾਹਿਬ ਉੱਥੇ ਮਨਾਇਆ ਜਾਂਦਾ ਹੈ। ਤੇ ਪਰ ਬਾਬਾ ਜੀ ਇਹ ਵੀ ਕਿਰਪਾ ਕਰਦੇ ਸੀ, ਗੁਰੂ ਸਾਹਿਬ ਨੇ ਬਚਨ ਕੀਤਾ ਸੀ ਬਈ ਅਸੀਂ ਜਦੋਂ ਵਿਸਾਖੀ ਦੇ ਦਿਹਾੜੇ ਤੇ ਮਾਲਵੇ ਦੀ ਧਰਤੀ ਤੇ ਸਾਬੋ ਕੀ ਤਲਵੰਡੀ ਹੋਇਆ ਕਰਾਂਗੇ, ਉੱਥੇ ਵੀ ਬਹੁਤ ਇਕੱਠ ਹੁੰਦਾ। ਤੇ ਇਸ ਤਰ੍ਹਾਂ ਭਾਈ ਇਉਂ ਵਿਸਾਖੀ ਦਾ ਦਿਹਾੜਾ ਆ ਰਿਹਾ, ਖਾਲਸੇ ਦਾ ਜਨਮ ਦਿਹਾੜਾ ਆ ਰਿਹਾ, ਆਪਾਂ ਸਾਰਿਆਂ ਨੇ ਮਨਾਉਣਾ ਹੈ। ਕਿਵੇਂ ਮਨਾਉਣਾ ਹੈ? ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੈ। ਅੰਮ੍ਰਿਤ ਤੋਂ ਵਾਂਝੇ ਨਹੀਂ ਰਹਿਣਾ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੇ ਫਿਰ ਆਪਣੇ ਕਰਤੱਵ ਵੀ ਦਿਖਾਏ ਆ। ਬਾਬਾ ਜੀ ਕਹਿੰਦੇ ਸੀ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਨਾਮ ਜਪੋ ਹਰ ਰੰਗ, ਨਾਮ ਜਪਣ ਕੋ ਜੇਬਾ ਦਿੱਤੀ, ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਅਮੋਲਕ ਜਾਵੇ, ਹੱਥ ਨਾ ਆਵੇ ਲੱਖੀ। ਇਹ ਜਿਹੜੇ ਸਵਾਸ ਹੈ ਐਵੇਂ ਤੁਰੇ ਜਾਂਦੇ ਆ, ਇਹ ਲੱਖਾਂ ਨਾਲ ਵੀ ਹੱਥ ਨਹੀਂ ਆਉਂਦੇ, ਆਉਂਦੇ ਇੱਕ ਬਚਨ ਨਾਲ ਆਉਂਦੇ। ਦਰਗਾਹੀ ਮਹਾਪੁਰਸ਼ ਹੋਣ, ਉਹ ਬਚਨ ਕਰਨ, ਉਹ ਬਚਨਾਂ ਨਾਲ ਆਉਂਦੇ। ਬਾਬਾ ਜੀ ਦਾ ਬਚਨ ਸੀ ਬਈ ਭਾਈ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਨਾਮ ਜਪੋ ਹਰ ਰੰਗ, ਨਾਮ ਜਪਣ ਕੋ ਜੇਬਾ ਦਿੱਤੀ, ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਅਮੋਲਕ ਜਾਵੇ, ਹੱਥ ਨਾ ਆਵੇ ਲੱਖੀ। ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਵਧੇਂਦੀ ਆਰਜਾ, ਦੂਜਾ ਸਹਿਬ ਆਵੇ ਚਿੱਤ। ਨਾਲੇ ਤਾਂ ਆਰਜਾ ਵੱਧਦੀ ਹੈ, ਨਾਲੇ ਸਹਿਬ ਚਿੱਤ ਆਉਂਦਾ। ਇਹ ਬਾਬਾ ਜੀ ਦਾ ਵਚਨ ਹੈ। ਇਸ ਲਈ ਭਾਈ ਬਾਬਾ ਜੀ ਨੇ, ਬਾਬਾ ਈਸਰ ਸਿੰਘ ਜੀ ਮਹਾਰਾਜ ਨੇ, ਬਾਬਾ ਨਰਾਇਣ ਸਿੰਘ ਜੀ ਮਹਾਰਾਜ ਨੇ ਲੱਖਾਂ ਲੋਕਾਂ ਨੂੰ ਅੰਮ੍ਰਿਤ ਛਕਾਇਆ। ਕਿਹਦੇ ਨਾਲ ਜੋੜਿਆ? ਆਪਣੇ ਨਾਲ ਨਹੀਂ, ਗੁਰੂ ਸਾਹਿਬ ਦੇ ਨਾਲ। ਸੰਤ ਗੋਬਿੰਦ ਕਾ ਇੱਕੋ ਕਾਮ, ਸੋਈ ਸੰਤ ਜੋ ਭਾਵੇ ਰਾਮ। ਹੁਣ ਬੜੇ ਲੋਕ ਐ ਢੰਗ ਤਰੀਕੇ ਨਾਲ ਗੁਰੂ ਘਰਾਂ ਦੀ ਨਿੰਦਿਆ ਵੀ ਕਰਦੇ ਐ, ਉਹਨਾਂ ਨੂੰ ਇਹ ਨਹੀਂ ਪਤਾ ਵੀ ਕੰਮ ਵੀ ਕਿਵੇਂ ਚੱਲਦੇ ਆ ਗੁਰੂ ਘਰ ਦੇ। ਅੱਜ ਬਾਬਾ ਜੀ ਦਾ ਦਾਰੋ ਮਦਾਰਾ ਨਾਨਕ ਸਰ ਬਹੁਤ ਜਗ੍ਹਾ ਤੇ ਕਰੇ ਜਗ੍ਹਾ ਫੈਲੀ ਐ, ਸਾਰੇ ਥਾਈਂ ਸਭਾਵਾਂ ਚੱਲਦੀਆਂ। ਗੁਰੂ ਸਾਹਿਬ ਦੀ ਕਿਰਪਾ। ਕਈਆਂ ਨੂੰ ਇਹੀ ਬੜੀ ਅੱਗ ਲੱਗੀ ਆ, ਉਹ ਕਹਿੰਦੇ ਮੁਖੀ ਕਿਉਂ ਕਹਾਉਂਦੇ ਆ। ਅਸੀਂ ਤਾਂ ਨਹੀਂ ਕਹਿੰਦੇ ਸਾਨੂੰ ਕੋਈ ਮੁਖੀ ਕਹੋ, ਮੁਖੀ ਕਹਾ ਕੇ ਕੋਈ ਖੁਸ਼ ਰਹਿੰਦਾ ਕਿਤੇ, ਪਰ ਮੁਖੀ ਦੁਨੀਆ ਕਹਿੰਦੀ ਹੈ, ਕੰਮ ਨੂੰ ਕਹਿੰਦੀ ਹੈ। ਜਿਹੜੇ ਕੰਮ ਹੈ ਗੁਰੂ ਘਰ ਦੇ ਉਹਨਾਂ ਨੂੰ ਕਹਿੰਦੀ ਹੈ। ਆ ਪਾਸੀ ਸੜਕਾਂ ਬਣਦੀਆਂ, ਸੀਵਰੇਜ ਪੈਂਦੇ ਆ ਤੇ ਕਿੰਨੀਆਂ ਜਗ੍ਹਾਵਾਂ ਬਣ ਰਹੀਆਂ ਨੇ, ਇਹ ਮੁਖੀਆਂ ਤੋਂ ਬਗੈਰ ਹੀ ਬਣ ਰਹੀਆਂ। ਐੜੀਆਂ ਐੜੀਆਂ ਸਭਾਵਾਂ ਚੱਲ ਰਹੀਆਂ, ਮੁਖੀਆਂ ਤੋਂ ਬਗੈਰ ਹੀ ਚੱਲ ਰਹੀਆਂ।
ਇਹ ਗੁਰੂ ਘਰ ਦੇ ਜਿਹੜੇ ਕੰਮ ਚੱਲਦੇ ਆ, ਵਰਸੀਆਂ ਸਮਾਗਮ ਚੱਲਦੇ ਆ, ਤੇ ਮੁਖੀਆਂ ਤੋਂ ਬਗੈਰ ਹੀ ਚੱਲਦੇ ਆ। ਮੂੰਹ ਹਿਲਾਉਣਾ ਸੌਖਾ ਹੈ, ਆ ਕੇ ਗੱਲ ਤਾਂ ਕਰੋ ਸਾਡੇ ਨਾਲ ਬਹਿ ਕੇ। ਪਰ ਬਾਬਾ ਜੀ ਨੇ, ਬਾਬਾ ਈਸਰ ਸਿੰਘ ਜੀ ਮਹਾਰਾਜ ਤੋਂ ਬਾਅਦ 3 ਮਹਾਂਪੁਰਸ਼ਾਂ ਦੇ ਨਾਂ ਪਏ, ਉਹਨਾਂ ਤੋਂ ਬਾਅਦ ਵੀ 3 ਦੇ ਪੈਂਦੇ ਆ। ਜੇ ਕੋਈ 10-20 ਦੇ ਵੀ ਲਿਖ ਦੂਗਾ, ਅਸੀਂ ਕਿਹੜਾ ਕਹਿੰਦੇ ਕਿਉਂ ਲਿਖਦੇ ਹੋ, ਲਿਖੀ ਜਾਓ। ਪਰ ਬਾਬਾ ਜੀ ਕਹਿੰਦੇ ਸੀ ਮਿਆਨ 'ਚ ਤਲਵਾਰ ਤਾਂ ਇੱਕੋ ਹੀ ਪਵੇਗੀ, 2 ਵੀ ਨਹੀਂ ਪੈਂਦੀਆਂ। ਉਹ ਕੌਣ ਹੋਵੇਗਾ? ਜਿਹਦਾ ਉੱਚਾ ਸੁੱਚਾ ਜੀਵਨ ਹੋਵੇਗਾ। ਬਾਬਾ ਜੀ ਕਹਿੰਦੇ ਜੀਵਨ ਕਹੇ ਜਾ ਹੋਣਾ ਚਾਹੀਦਾ, ਮਹਾਪੁਰਸ਼ ਦਾ ਜੀਵਨ ਕਹੇ ਜਾ ਹੋਣਾ ਚਾਹੀਦਾ। ਜਦੋਂ ਤੋਂ ਮਾਂ ਦੇ ਪੇਟ ਤੋਂ ਜਨਮ ਲੈ ਲਿਆ, ਇੱਕ ਦਿਨ ਵੀ ਮੰਦੇ ਪੈਰ ਨਾ ਰੱਖਿਆ ਹੋਵੇ, ਇਹੋ ਜਿਹਾ ਜੀਵਨ ਹੋਣਾ ਚਾਹੀਦਾ। ਪਹਿਲਾਂ ਆਪਣੇ ਜੀਵਨ ਅੰਦਰ ਝਾਤੀ ਮਾਰੇ, ਫਿਰ ਸਾਡੇ ਨਾਲ ਬੈਠ ਕੇ ਵਿਚਾਰ ਕਰੇ। ਅਸੀਂ ਤਾਂ ਬਾਬਾ ਜੀ ਦੇ ਨਿਮਾਣੇ ਜਿਹੇ ਸਿੱਖ ਹਾਂ, ਸੇਵਾਦਾਰ ਹਾਂ। ਜਦੋਂ ਤੋਂ ਬਾਬਾ ਜੀ ਦੇ ਚਰਨਾਂ 'ਚ ਆ ਗਏ, ਸਨ 64 ਤੋਂ ਪਿੱਛਾ ਮੁੜ ਕੇ ਨਹੀਂ ਵੇਖਿਆ। ਕਈ ਪਿੱਛੇ ਮੁੜ ਕੇ ਵੀ ਵੇਖੀ ਜਾਂਦੇ ਆ, ਜਵਾਕ ਵੀ ਪਾਲੀ ਜਾਂਦੇ ਆ, ਤੇ ਫਿਰ ਇਸੇ ਮੂੰਹ ਦੇ ਨਾਲ ਬੁਰਾ ਭਲਾ ਵੀ ਬੋਲੀ ਜਾਂਦੇ ਆ। ਉਹਨਾਂ ਦੇ ਲੈਣ ਦੇਣ ਨੂੰ ਕੁਛ ਨਹੀਂ, ਜਿਹੇ ਜੇ ਆਏ ਹੋਏ ਜੇ ਚਲੇ ਜਾਣਾ, ਉਹ ਖਾਲੀ ਰਹਿ ਜਾਂਦੇ ਆ ਲੋਕ। ਬਾਬਾ ਜੀ ਨੇ ਕੀ ਸਿਖਾਇਆ? ਬਾਬਾ ਜੀ ਕਹਿੰਦੇ ਆ ਭਾਈ ਸਿਫਤ ਕਰਿਆ ਕਰੋ, ਸਿਫਤ। ਮਾੜਾ ਨਹੀਂ ਬੋਲਣਾ, ਚੰਗਾ ਬੋਲਣਾ। ਇਹ ਨਾਨਕ ਸਾਰੋ ਹੈ। ਜਿਹੜਾ ਸਿਫਤ ਕਰੇਗਾ, ਮਹਾਪੁਰਸ਼ਾਂ ਦੀ ਸਿਫਤ ਕਰੇਗਾ, ਚੰਗੇ ਲੋਕਾਂ ਦੀ ਸਿਫਤ ਕਰੇਗਾ, ਬਾਬਾ ਜੀ ਕਹਿੰਦੇ ਸੀ ਫਿਰ ਉਹਨਾਂ ਦੀ ਗੰਢ ਕਿਹਦੇ ਨਾਲ ਪੈ ਜੂਗੀ? ਗੁਰੂ ਘਰ ਵਿੱਚ ਗੰਢ ਪੈ ਜਾਵੇਗੀ। ਸਿਫਤ ਖਜ਼ਾਨਾ ਬਖਸ਼ ਹੈ, ਜਿਸ ਬਖਸ਼ੈ ਸੋ ਖਰਚਾ ਖਾਏ, ਸਤਿਗੁਰ ਬਿਨ ਹੱਥ ਨਾ ਆਵਈ, ਸਭ ਥੱਕੇ ਕਰਮ ਕਮਾਏ। ਪੁੱਤੀ ਗੰਢ ਪਵੈ ਸੰਸਾਰ, ਭੁੱਖਿਆਂ ਗੰਢ ਪਵੈ ਜਾਂ ਖਾਏ, ਵੇਦਾਂ ਗੰਢ ਬੋਲੇ ਸੱਚ ਕੋਏ, ਨਾਨਕ ਆਖਾ ਇਹੋ ਵਿਚਾਰ, ਸਿਵਤੀ ਗੰਢ ਪਵੈ ਦਰਬਾਰ। ਜੇ ਸਿਫਤ ਕਰਾਂਗੇ, ਸਾਡੀ ਦਰਬਾਰ ਵਿੱਚ ਗੰਢ ਪਵੇਗੀ। ਸੰਗੀ ਸਾਥੀ ਦੂਰੋਂ ਨੇੜੋਂ ਆਉਂਦੇ ਆ, ਕਈਆਂ ਦੇ ਘਰੇ ਪਾਠ ਕਰਾਉਣ ਨੂੰ ਜਗ੍ਹਾ ਨਹੀਂ, ਕਈਆਂ ਦੀ ਭਾਵਨਾ ਹੁੰਦੀ ਆ ਆ ਭਜਨਗੜ੍ਹ ਜਗ੍ਹਾ ਬਣੀ ਹੈ, ਹੋਰ ਇੱਧਰ ਬਾਗ ਵਿੱਚ ਵੀ ਜਗ੍ਹਾ ਬਣੀ ਹੈ, ਤੇ ਉਧਰ ਭਾਈ ਲੱਖਾ ਸੋਹਣਾ ਬੰਨੀ ਵੀ ਜਗ੍ਹਾ ਬਣੀ ਹੈ। ਪਰ ਜਿਹੜੀ ਬਾਬਾ ਜੀ ਕਹਿੰਦੇ ਸੀ ਭਾਈ ਪਾਠ ਕਰਾਉਣਾ ਮਾੜੀ ਗੱਲ ਨਹੀਂ, ਜੇ ਸੰਗਤਾਂ ਪਾਠ ਕਰਾਉਣੀਆਂ ਕੀ ਮਾੜੀ ਗੱਲ ਹੈ? ਨਾਮ ਜਪਦੇ ਆ ਨਾ, ਹੋਰ ਤਾਂ ਨਹੀਂ ਕੁਛ ਕਰਦੇ। ਪਾਠੀ ਸਿੰਘ ਆ ਜਿਹੜੇ, ਉਹ ਪਿੰਡਾਂ ਦੇ ਪਾਠੀ ਸਿੰਘ ਆਉਂਦੇ ਆ ਇੱਥੇ। ਇੱਥੋਂ ਦੇ ਜਿਹੜੇ ਬਿਹੰਗਮ ਆ ਉਹ ਨਹੀਂ ਪਾਠ ਕਰਦੇ, ਉਹ ਪਿੰਡਾਂ ਦੇ ਪਾਠੀ ਸਿੰਘ ਆ, ਇੱਥੇ ਰਹਿੰਦੇ ਆ ਕੇ ਮਰਜ਼ਾਦਾ ਵਿੱਚ ਚੋਲੇ ਪਾ ਕੇ ਪਾਠ ਕਰਦੇ ਆ। ਤੇ ਉਹਨਾਂ ਦੇ ਵੀ ਫਿਰ ਜਵਾਕ ਹੈ, ਕਹਾਂ ਉਹਨਾਂ ਨੂੰ ਵੀ ਸੇਵਾ ਮਿਲਦੀ ਆ, ਮਾਇਆ ਉਹਨਾਂ ਨੂੰ ਵੀ ਮਿਲਦੀ ਆ। ਜਿਹੜੇ ਪਾਠ ਕਰਾਉਂਦੇ ਆ ਉਹ ਦਿੰਦੇ ਆ, ਫਿਰ ਉਹਨਾਂ ਨੂੰ ਮਾਇਆ ਜਾਂਦੀ ਆ। ਕੀ ਇਹ ਮਾੜੀ ਗੱਲ ਹੈ? ਭੌਂਕਣ ਤਾਂ ਲੱਗ ਜਾਂਦੇ ਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਇਹ ਬਾਬਿਆਂ ਦਾ ਘਰ ਵਾ। ਅੱਜ ਜੇ ਦੇਖੀਏ, ਕਿਸੇ ਨੇ ਸੋਚਿਆ ਘੱਟੋ ਘੱਟ 5 ਲੱਖ ਰੁਪਈਆ ਇੱਥੋਂ ਦਾ ਬਿੱਲ ਹੈ ਨਾਨਕਸਰ ਦਾ, 5 ਲੱਖ ਰੁਪਈਆ ਮਹੀਨੇ ਦਾ। ਕੌਣ ਦਿੰਦਾ ਉਹ ਬਿੱਲ ਨੂੰ? ਤੁਹਾਡੀ ਮਾਂ ਦਿੰਦੀ ਹੈ ਨਿੰਦਕਾਂ ਦੀ, ਉਹ ਇੱਥੋਂ ਵਾਲੇ ਹੀ ਦਿੰਦੇ ਆ ਆਪਦੀ ਜ਼ਿੰਮੇਵਾਰੀ ਤੇ। ਫਿਰ 40 ਗੱਡੀਆਂ ਹੋਣਗੀਆਂ, ਘੱਟ ਤੋਂ ਘੱਟ 40 ਗੱਡੀਆਂ ਸਾਰਿਆਂ ਕੋਲ। ਉਹ ਤੇਲ ਕੌਣ ਪਾਉਂਦਾ? ਆ ਕੇ ਤੁਸੀਂ ਪਾਉਨੇ ਹੋ।
ਤੁਹਾਡੀ ਮਾਂ ਪਾਉਂਦੀ ਹੈ ਤੇਲ, ਤੇਲ ਉਹ ਸੰਗਤਾਂ ਦੀ ਸੇਵਾ ਹੀ ਹੈ। ਇੱਥੇ ਕਿੰਨਾ ਕੰਮ ਹੋ ਰਿਹਾ, ਡਿਵੈਲਪਮੈਂਟ ਹੋ ਰਹੀ ਹੈ, ਜਗ੍ਹਾ ਬਣ ਰਹੀਆਂ, ਇਹ ਗੁਰੂ ਘਰ ਦੀਆਂ। ਅਸੀਂ ਸਾਥੀ ਤਾਣ ਕੇ ਕਹਿੰਦੇ ਆ, ਜਿੰਨਾ ਚਿਰ ਸਾਡੀ ਜ਼ਿੰਦਗੀ ਹੈ ਅਸੀਂ ਆਪਣੀ ਜ਼ਿੰਮੇਵਾਰੀ ਸੇਵਾਦਾਰ ਬਣ ਕੇ ਨਿਭਾਵਾਂਗੇ। ਕੋਈ ਮੁਖੀ ਕਹੀ ਜਾਵੇ, ਕੋਈ ਸੇਵਾਦਾਰ ਕਹੀ ਜਾਵੇ, ਕੋਈ ਕਾਲਾ ਸਿੰਘ ਕਹੀ ਜਾਵੇ, ਸਾਨੂੰ ਇਹਨਾਂ ਗੱਲਾਂ ਤੇ ਕੋਈ ਨਹੀਂ ਹੈ। ਪਰ ਨਿੰਦਕਾਂ ਨੂੰ ਬੜੀ ਤਕਲੀਫ ਹੈ। ਉਹਨਾਂ ਨੂੰ ਕੀ ਤਕਲੀਫ ਹੈ? ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਚਲਾਈ ਹੋਈ ਮਰਜ਼ਾਦਾ, ਉਹਨਾਂ ਦੇ ਚਲਾਏ ਹੋਏ ਪ੍ਰੋਗਰਾਮ 1963 ਤੋਂ ਲੈ ਕੇ ਬਾਬਾ ਜੀ ਨੇ 43 ਤੋਂ 63 ਤੱਕ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਬਾਬਾ ਜੀ 63 ਤੋਂ ਬਾਅਦ ਕਈ ਕਹਿੰਦੇ ਸੀ ਜੀ ਫੱਕੜੀ ਵੱਜ ਜੂ, ਹੁਣ ਤਾਂ ਜੀ ਬਸ ਰੱਸਾ ਚੱਕਿਆ ਗਿਆ, ਲੀਕਰ ਮਿਟ ਜਾਊ, ਵੱਜ ਗਈ ਫੱਕੜੀ। ਇਹ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦਾ ਸਥਾਨ ਹੈ। ਇੱਥੇ ਫੱਕੜੀ ਸੋਚਣ ਵਾਲੇ ਮਰ ਸਕਦੇ ਆ, ਫੱਕੜੀ ਨਹੀਂ ਵੱਜ ਸਕਦੀ। ਬਾਬਾ ਜੀ ਨੇ ਇੱਥੇ ਤੱਕ ਵਚਨ ਕੀਤਾ। ਮੈਂ ਕਿਸੇ ਨੇ ਬਾਬਾ ਜੀ ਨੂੰ ਕਿਹਾ, ਆਪਣੇ ਜਰਨੈਲ ਸਿੰਘ ਜੀ ਡੇਢਕਿਆਂ ਵਾਲਾ, ਬਾਬਾ ਜੀ ਇਹ ਕਿੰਨਾ ਕੁ ਚਿਰ ਆਪ ਜੀ ਦੀ ਕਿਰਪਾ, ਆਪ ਜੀ ਨੇ ਇੱਥੇ ਇਹ ਕਿਰਪਾ ਕੀਤੀ। ਆਪ ਬਾਬਾ ਜੀ ਨੇ ਆਪ ਜੀ ਨੂੰ ਬਚਨ ਕੀਤਾ ਸੀ, ਨਾਈ ਸਿੰਬੇ ਤਾਰ ਕੇ ਜੱਟਾਂ ਦੀ ਵਾਰੀ ਆਈ ਹੈ, ਇਹ ਕਿੰਨਾ ਕੁ ਚਿਰ ਵਾਰੀ ਰਹੇਗੀ? ਬਾਬਾ ਜੀ ਕਹਿੰਦੇ 1400 ਸਾਲ ਦੀ ਤਾਂ ਸਾਡੀ ਗਰੰਟੀ ਆ, ਗਰੰਟੀ, ਤੇ ਸਾਰੇ ਸਮੇਂ ਲਈ ਟਰਾਈ ਮਾਰ ਰਹੇ। ਬਾਬਾ ਈਸ਼ਰ ਸਿੰਘ ਜੀ ਦਾ ਵਚਨ ਹੈ। ਕਾਦੀ ਗਰੰਟੀ? ਸੇਵਾ ਕਰਨ ਦੀ, ਸਿਫਤ ਕਰਨ ਦੀ। ਸਿਫਤ ਖਜ਼ਾਨਾ ਬਖਸ਼ ਹੈ, ਜਿਸ ਬਖਸ਼ੈ ਸੋ ਖਰਚਾ ਖਾਏ, ਸਤਿਗੁਰ ਬਿਨ ਹੱਥ ਨਾ ਆਵਈ, ਸਭ ਥੱਕੇ ਕਰਮ ਕਮਾਏ। ਉੱਤੀ ਗੰਢ ਪਵੈ ਸੰਸਾਰ, ਭੁੱਖਿਆਂ ਗੰਢ ਪਵੈ ਜਾਂ ਖਾਏ, ਵੇਦਾਂ ਗੰਢ ਬੋਲੇ ਸੱਚ ਕੋਏ, ਨਾਨਕ ਆਖਾ ਇਹੋ ਵਿਚਾਰ, ਸਿਫਤੀ ਗੰਢ ਪਵੈ ਦਰਬਾਰ। ਸਾਰੀਆਂ ਸੰਗਤਾਂ ਸਿਫਤ ਕਰਿਆ ਕਰੋ, ਬਾਣੀ ਪੜਿਆ ਕਰੋ, ਅੰਮ੍ਰਿਤ ਵੇਲੇ ਉੱਠਿਆ ਕਰੋ। ਆ ਦੇਖੋ ਬਾਬਾ ਜੀ ਦੇ ਵਚਨ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ। ਬਾਬਾ ਜੀ ਉਦੋਂ 63 ਤੋਂ ਪਹਿਲਾਂ ਇਹ ਬਚਨ ਕਰਿਆ ਕਰਦੇ ਸੀ। ਬਾਬਾ ਜੀ ਕਹਿਣ ਲੱਗੇ ਇਹੋ ਜਿਹਾ ਸਮਾਂ ਆਵੇਗਾ, ਨਾਨਕਸਰ ਦਾ ਕੀਰਤਨ ਬਾਹਰਲੇ ਮੁਲਕਾਂ 'ਚ ਵਰਲਡ ਵਿੱਚ ਸੁਣਿਆ ਕਰੇਗਾ। ਇੱਥੋਂ ਦੇ ਵਿਚਾਰ ਵਰਲਡ ਵਿੱਚ ਜਾਇਆ ਕਰਨਗੇ। ਅੱਜ ਗੁਰੂ ਦੀ ਕਿਰਪਾ ਦੁਆਰਾ ਜਾ ਰਹੇ ਆ। ਉਹ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਬਚਨ ਸੱਤ ਹੈ, ਉਹ ਹੋ ਰਿਹਾ ਪੂਰਾ। ਤੇ ਇਸ ਤਰ੍ਹਾਂ ਭਾਈ ਜਿੰਨੇ ਇੱਥੋਂ ਦੇ ਸੇਵਾਦਾਰ ਹੈ ਸਭ ਤਕੜੇ ਹੋ ਕੇ ਆਪਣੀਆਂ ਡਿਊਟੀਆਂ ਕਰ ਰਹੇ ਆ। ਕੋਈ ਡਿਊਟੀ ਤੋਂ ਕਤਾਹੀ ਨਹੀਂ ਕਰਦਾ। ਬਾਬਾ ਜੀ ਕਹਿੰਦੇ ਜੇ ਕਤਾਹੀ ਕਰੋਗੇ ਫਿਰ ਗੁਰੂ ਨਾਨਕ ਦਾ ਥੜਾ, ਇੱਕ ਗਿਆ ਤੇ ਦੂਜਾ ਖੜਾ। ਇਹ ਤਾਂ ਬਾਬਾ ਜੀ ਕਹਿੰਦੇ ਫਿਰ ਉੱਤੇ ਖੜੇ ਰਹਿੰਦੇ ਆ। ਤੇ ਇਹੋ ਜੀ ਬਾਬਾ ਜੀ ਨੇ ਮਿਹਰ ਕੀਤੀ ਹੋਈ ਹੈ। ਕਿੰਨੇ ਕਿੰਨੇ ਸੋਹਣੇ ਪ੍ਰੋਗਰਾਮ, ਕਿੰਨੀਆਂ ਸੋਹਣੀਆਂ ਜਗ੍ਹਾ, ਕਿੰਨੇ ਸੋਹਣੇ ਸੱਚਖੰਡ, ਤੇ ਕਿੰਨੀ ਸੇਵਾ ਹੋ ਰਹੀ ਹੈ ਇੱਥੇ। ਕਿਹਦੀ ਹੋ ਰਹੀ ਹੈ? ਬੰਦਿਆਂ ਦੀ ਹੋ ਰਹੀ ਹੈ? ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਹੋ ਰਹੀ ਹੈ। ਕਥਾ ਕੀਰਤਨ ਹੋ ਰਹੇ ਹੈ। रोज कथा हुंदी है, कीर्तन हुंदा है। कालयुग में कीर्तन प्रधाना, गुरमुख जपिया लाए ध्याना। पाठ चल रहे हैं, पता ही नहीं किन्ने चल रहे हैं। हजारां बंदियां दा रोज पक्या पकाया प्रसादा आउंदा है। निंदको तुसी दसो कदे प्रसादा पक्या पकाया इन्ना थोड़े कोले आया? ਇੱਥੇ ਬਾਬਾ ਜੀ ਦੇ ਦਰ ਤੇ ਆ ਰਿਹਾ, ਗੁਰੂ ਨਾਨਕ ਦੇ ਦਰ ਤੇ। ਬਾਬਾ ਜੀ ਕਹਿੰਦੇ ਸੀ ਤੁਸੀਂ ਗੁਰੂ ਨਾਨਕ ਦਾ ਕੰਮ ਕਰੋ, ਗੁਰੂ ਨਾਨਕ ਤੁਹਾਡੇ ਵਾਸਤੇ ਖਾਣ ਨੂੰ ਭੇਜੇਗਾ।
ਅਕੇ ਬਾਬਾ ਟੱਲ ਪੱਕੀਆਂ ਪਕਾਈਆਂ ਘੱਲ। ਜਦੋਂ 3 3:30 ਵਜੇ ਤੋਂ ਕੀਰਤਨ ਸ਼ੁਰੂ ਹੋ ਜਾਂਦਾ ਤੇ ਉਦੋਂ ਬਾਅਦ ਭਾਈ ਪ੍ਰਸ਼ਾਦਾ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਹੈ। ਨੌਜਵਾਨ ਬੰਦੇ ਝਾੜੂ ਮਾਰਨ ਆ ਜਾਂਦੇ ਆ, ਸੰਗਤਾਂ ਸੇਵਾ ਕਰਦੀਆਂ, ਕੋਈ ਛੜਕਾ ਕਰਦਾ ਤੇ ਕੋਈ ਕਹਿੰਦਾ ਮੈਂ ਘੱਟ ਨਹੀਂ ਰਹਿਣਾ। ਇਸ ਲਈ ਭਾਈ ਜਿਹੜੀ ਸੇਵਾ ਹੈ ਇਹ ਭਾਗਾਂ ਵਾਲਿਆਂ ਦੇ ਹੱਥ ਚ ਆਉਂਦੀ ਹੈ। ਤੇ ਇਸ ਤਰ੍ਹਾਂ ਭਾਈ ਭਾਗਾਂ ਵਾਲਿਓ ਸਾਰੀਆਂ ਸੰਗਤਾਂ ਇਹ ਜਿਹੜੇ ਸਮੇਂ ਆ ਇਹ ਭਾਗਾਂ ਵਾਲਿਆਂ ਨੂੰ ਮਿਲਦੇ ਆ। ਬਾਬਾ ਜੀ ਵਚਨ ਕਰਦੇ ਸੀ, ਬਾਬਾ ਨਰਾਇਣ ਸਿੰਘ ਜੀ ਮਹਾਰਾਜ, ਆ ਜਿੰਨਾ ਸਮਾਂ ਅਸੀਂ ਬੈਠ ਕੇ ਗੁਰੂ ਘਰ ਦੇ ਵਿੱਚ ਗੁਜ਼ਾਰਦੇ ਆ ਇਹ ਸਾਡਾ ਦਰਗਾਹ ਦੇ ਵਿੱਚ ਲਿਖਿਆ ਜਾਣਾ। ਦਰਗਾਹ ਵਿੱਚ ਤੇ ਜਿਹੜਾ ਪਾਸੀ ਸਮਾਂ ਉਹ ਸਾਡਾ ਐਵੇਂ ਜਾਂਦਾ। ਇਸ ਲਈ ਗੋਬਿੰਦ ਪਿਆਰਿਓ ਅੰਮ੍ਰਿਤ ਵੇਲੇ ਉੱਠਿਆ ਕਰੋ, ਦੀਵਾਨ ਵਿੱਚ ਆਇਆ ਕਰੋ, ਕੀਰਤਨ ਵਿੱਚ ਬੈਠਿਆ ਕਰੋ। ਇਸ ਤਰ੍ਹਾਂ ਸਾਰੇ ਭਾਗਾਂ ਵਾਲਿਓ ਅਸੀਂ ਹੁਣ ਸਮਾਪਤੀ ਕਰਦੇ ਆਂ। ਜਿੰਨੀਆਂ ਵੀ ਸੰਗਤਾਂ ਆਏ ਹੋ ਭਾਗਾਂ ਵਾਲਿਓ, ਬਾਬਾ ਜੀ ਕਹਿੰਦੇ ਸੀ ਭਾਗ ਬਣਾਇਆ ਬਣਦੇ ਆ, ਐਵੇਂ ਨਹੀਂ ਬਣਦੇ। ਤੇ ਅਸੀਂ ਆਪਣੇ ਹਿਰਦੇ ਵਿੱਚ ਇਹ ਵਿਚਾਰਾਂ ਨੂੰ ਵਸਾਵਾਂਗੇ, ਫਿਰ ਸਾਨੂੰ ਕੀ ਮਿਲੇਗਾ। ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਹੀ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।